ਤੁਸੀਂ ਦੇਖ ਰਹੇ ਹੋ ਜੀ ਆਪਣਾ ਫਤੂਰ ਇੰਟਰਨੈਸ਼ਨਲ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਅਜੇ ਤੱਕ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਚੱਲਦੇ ਹਾਂ ਅੱਜ ਦੀਆਂ ਆਪਣੀਆਂ ਨਿਊਜ਼ ਦੇ ਉੱਪਰ। ਸਭ ਤੋਂ ਪਹਿਲਾਂ ਰੋਜ਼ਾਨਾ ਇਸ ਤਰ੍ਹਾਂ ਦੇਖਦੇ ਹਾਂ ਕਿ ਜਿਹੜੇ ਕੇਸਿਸ ਵਗੈਰਾ ਇਟਲੀ ਦੇ ਵਿੱਚ ਕਿੰਨੇ ਆਏ ਹਨ। 12,932 ਕੇਸ ਆਇਆ ਹੈ। ਕੱਲ੍ਹ ਨਾਲੋਂ ਕੁਝ ਕੇਸ ਜਿਹੜੇ ਘਟੇ ਹਨ ਤੇ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਘਟੀ ਹੈ। 47 ਤੇ ਜਿਹੜਾ ਅੰਕੜਾ ਪਹੁੰਚ ਚੁੱਕਾ ਹੈ। ਬਾਕੀ ਜੇ ਆਪਾਂ ਗੱਲ ਕਰ ਲਈਏ ਨਵੇਂ ਵਾਇਰਸ ਦੀ ਓਮਿਕਰੋਨ ਦੀ, ਤੇ ਇਹਦਾ ਜਿਹੜਾ ਪਹਿਲਾ ਕੇਸ ਹੈ ਜੀ ਕੰਪਨੀਆਂ ਦੇ ਵਿੱਚ ਹੀ ਪਾਇਆ ਗਿਆ ਹੈ। ਹੁਣ ਇਸੇ ਵੀਡੀਓ ਵਿੱਚ ਹੀ ਆਪਾਂ ਤੁਹਾਨੂੰ ਫਲਾਈਟਾਂ ਦੇ ਬਾਰੇ ਵੀ ਦੱਸਣਾ ਹੈ ਤੇ ਕੁਝ ਹੋਰ ਵੀ ਜਿਹੜੀਆਂ ਜਾਣਕਾਰੀਆਂ ਦੱਸਣੀਆਂ ਹਨ। ਪਰੰਤੂ ਸਭ ਤੋਂ ਪਹਿਲਾਂ ਜਿਹੜੀ ਆਪਾਂ WHO ਨੇ ਇੱਕ ਅਪੀਲ ਕੀਤੀ ਹੈ ਸਾਰੇ ਦੇਸ਼ਾਂ ਨੂੰ ਦੁਨੀਆ ਦੇ। ਇਹ ਅਪੀਲ ਇਸ ਕਰਕੇ ਕੀਤੀ ਗਈ ਹੈ, ਓਮਿਕਰੋਨ ਵਾਇਰਸ ਜਿਹੜਾ ਹੈ ਜੀ ਸਾਊਥ ਅਫਰੀਕਾ ਦੇ ਵਿੱਚ ਪਾਇਆ ਗਿਆ ਹੈ। ਇਹਦੀ ਵਜ੍ਹਾ ਦੇ ਨਾਲ ਕੀ ਹੋਇਆ ਕਿ ਬਹੁਤ ਸਾਰੇ ਦੇਸ਼ਾਂ ਨੇ ਜਿਹੜੀਆਂ ਫਲਾਈਟਸ ਵਗੈਰਾ ਦੇ ਉੱਤੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿੱਦਾਂ ਕਿ UK ਨੇ ਕੁਝ ਦੇਸ਼ਾਂ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸੇ ਤਰ੍ਹਾਂ ਬਾਕੀ ਦੇਸ਼ ਵੀ ਹੁਣ ਜਿਹੜੇ ਹਨ ਇੱਕ ਦੂਜੇ ਦੇਸ਼ਾਂ ਦੇ ਉੱਤੇ ਪਾਬੰਦੀਆਂ ਲਗਾ ਰਹੇ ਹਨ। ਇਹਦੇ ਵਿੱਚ ਫਿਰ ਇਸ ਤਰ੍ਹਾਂ ਹੋ ਸਕਦਾ ਹੈ ਕਿ ਜਿੱਦਾਂ ਮੰਨ ਲਓ ਸਪੋਜ਼ ਕਰੋ ਕਿ UK ਦੇ ਵਿੱਚ 2 ਕੇਸ ਆ ਚੁੱਕੇ ਹਨ। ਅਗਰ UK ਦੇ ਵਿੱਚ ਕੁਝ ਹੋਰ ਜਿਹੜੇ ਜ਼ਿਆਦਾ ਕੇਸ ਇਸ ਦੇ ਆਉਂਦੇ ਹਨ ਤਾਂ ਕੱਲ੍ਹ ਨੂੰ ਜਿਹੜਾ ਇੰਡੀਆ ਹੈ ਜੀ ਉਹ UK ਦੇ ਉੱਤੇ ਪਾਬੰਦੀ ਲਾ ਦੇਵੇ ਜਾਂ ਇਟਲੀ UK ਦੇ ਉੱਤੇ ਪਾਬੰਦੀ ਲਾ ਦੇਵੇ। ਇਸ ਤਰ੍ਹਾਂ ਜਿਹੜੀ ਇਹ ਫਰਿਆਦ ਕੀਤੀ ਹੈ ਜੀ WHO ਨੇ, ਅਪੀਲ ਆਪਾਂ ਇਸ ਨੂੰ ਕਹਿ ਸਕਦੇ ਹਾਂ, ਸਾਰੇ ਦੇਸ਼ਾਂ ਨੂੰ ਕੀਤੀ। ਉਹਨਾਂ ਨੇ ਕਿਹਾ ਹੈ ਕਿ ਜਿਹੜੇ ਬਾਰਡਰ ਹਨ ਇਸ ਟਾਈਮ ਸਾਰੇ ਦੇਸ਼ਾਂ ਦੇ ਇਹ ਖੁੱਲ੍ਹੇ ਹੀ ਰਹਿਣੇ ਚਾਹੀਦੇ ਹਨ। ਇਹਨਾਂ ਨੂੰ ਪਲੀਜ਼ ਬੰਦ ਨਾ ਕੀਤਾ ਜਾਵੇ। ਜੇ ਬਾਰਡਰ ਜਿਹੜੇ ਸਾਰੇ ਦੇਸ਼ਾਂ ਦੇ ਨਾਲ ਇੱਕ ਦੂਜੇ ਦੇ ਖੁੱਲ੍ਹੇ ਰਹਿੰਦੇ ਹਨ ਤਾਂ ਇਹਦਾ ਮਤਲਬ ਕੀ ਹੈ ਕਿ ਜਿਹੜੀਆਂ ਫਲਾਈਟਸ ਵਗੈਰਾ ਹੋਣਗੀਆਂ ਇਹ ਬੈਨ ਨਹੀਂ ਹੋਣਗੀਆਂ। ਜਿਵੇਂ ਕਿ WHO ਨੇ ਜਿਹੜੀ ਅਪੀਲ ਕੀਤੀ ਹੈ ਕਿ ਜਿਹੜੇ ਬਾਰਡਰ ਹਨ ਇਹਨਾਂ ਨੂੰ ਪਲੀਜ਼ ਬੰਦ ਨਾ ਕੀਤਾ ਜਾਵੇ। ਉਸੇ ਟਾਈਮ ਜਿਹੜਾ ਮੋਰੱਕੋ ਦੇਸ਼ ਹੈ ਜੀ, ਮੋਰੱਕੋ ਨੇ ਵੀ ਇੱਕ ਜਿਹੜਾ ਫੈਸਲਾ ਲਿਆ ਹੈ ਤੇ ਬਿਲਕੁਲ WHO ਦੇ ਉਲਟ ਫੈਸਲਾ ਲੈ ਲਿਆ ਹੈ। ਮੋਰੱਕੋ ਨੇ ਕੀ ਕੀਤਾ ਕਿ ਆਪਣੇ ਦੇਸ਼ ਨੂੰ ਬਚਾਉਣ ਦੇ ਵਾਸਤੇ ਇੱਕ ਡਰ ਦੇ ਮਾਹੌਲ ਦੇ ਵਿੱਚ ਕੀ ਕੀਤਾ ਕਿ ਓਮਿਕਰੋਨ ਵਾਇਰਸ ਤੋਂ ਬਚਣ ਦੇ ਵਾਸਤੇ ਜਿਹੜੀਆਂ ਇਸ ਦੇ ਜਿੰਨੇ ਵੀ 에ਅਰ ਰੂਟ ਸਨ, ਫਲਾਈਟ ਸਨ ਜਿਹੜੀਆਂ ਕਿ ਮੋਰੱਕੋ ਦੇ ਵਿੱਚ ਐਂਟਰ ਹੋਣੀਆਂ ਸਨ ਕਿਸੇ ਵੀ ਦੇਸ਼ ਦੇ ਵਿੱਚੋਂ, ਇਹਨਾਂ ਸਾਰਿਆਂ ਨੂੰ ਜਿਹੜਾ ਹੈ ਜੀ ਇਸ ਨੇ ਸਸਪੈਂਡ ਕਰ ਦਿੱਤਾ ਹੈ 29 ਨਵੰਬਰ, ਮਤਲਬ ਕਿ ਅੱਜ ਤੋਂ। ਅਤੇ ਜਿਹੜੀਆਂ ਫਲਾਈਟਾਂ ਜਿੱਦਾਂ ਕਿ ਸਸਪੈਂਡ ਕੀਤੀਆਂ ਗਈਆਂ, ਤਕਰੀਬਨ ਇਹਨਾਂ ਦੀ ਜਿਹੜੀ ਦੁਬਾਰਾ ਚਾਲੂ ਕਰਨ ਦਾ ਟਾਈਮ ਹੈ ਜੀ ਐਤਵਾਰ 12 ਦਸੰਬਰ ਤੱਕ ਜਿਹੜੀਆਂ ਇਸੇ ਤਰ੍ਹਾਂ ਇਹਨਾਂ ਨੇ ਬੰਦ ਰੱਖਣੀਆਂ। 2 ਹਫ਼ਤੇ ਦਾ ਟਾਈਮ ਦੱਸਿਆ ਹੈ। ਬਾਕੀ ਇਹਦੇ ਵਿੱਚ ਉੱਥੋਂ ਦੀ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਸਟੱਡੀ ਹੈ ਜੀ ਰੈਗੂਲਰ ਤੌਰ 'ਤੇ ਕੀਤੀ ਜਾਵੇਗੀ। ਜੇ ਇਸ ਦੇ ਵਿੱਚ ਕੁਝ ਵਧਾਉਣਾ ਜਾਂ ਘਟਾਉਣਾ ਪਿਆ ਤਾਂ ਉਸ ਦੇ ਬਾਰੇ ਵੀ ਜਿਹੜਾ ਸਾਰਾ ਕੁਝ ਕੀਤਾ ਜਾ ਸਕਦਾ ਹੈ। ਬਾਕੀ UK ਦੇ ਵਿੱਚ ਵੀ 3 ਕੇਸ ਜਿਹੜੇ ਓਮਿਕਰੋਨ ਵਾਇਰਸ ਦੇ ਮਿਲ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਜਰਮਨ ਦੇ ਵਿੱਚ ਵੀ ਉਸਨੇ ਕਨਫਰਮ ਕਰ ਦਿੱਤਾ ਹੈ ਕਿ 3 ਕੇਸ ਜਿਹੜੇ ਹਨ ਓਮਿਕਰੋਨ ਵੇਰੀਐਂਟ ਦੇ ਉੱਥੇ ਪਾਏ ਗਏ ਹਨ। ਨੈਕਸਟ ਖਬਰ ਜਿਹੜੀ ਆਪਣੀ ਯੂਰਪ ਦਾ ਇੱਕ ਦੇਸ਼ ਸਵਿਟਜ਼ਰਲੈਂਡ ਹੈ ਜਿਸ ਦੇ ਨਾਲ ਸੰਬੰਧਿਤ ਹੈ। ਸਵਿਟਜ਼ਰਲੈਂਡ ਦੇ ਵਿੱਚ ਕੀ ਹੋਇਆ ਸੀ ਕਿ ਜਿੱਦਾਂ ਤੁਸੀਂ ਜਾਣਦੇ ਹੋ ਕਿ ਇਟਲੀ ਦੇ ਵਿੱਚ ਗ੍ਰੀਨ ਪਾਸ ਲਾਗੂ ਕੀਤਾ ਗਿਆ। ਸਵਿਟਜ਼ਰਲੈਂਡ ਦੇ ਵਿੱਚ ਇਸ ਤਰ੍ਹਾਂ ਬਿਲਕੁਲ ਨਹੀਂ ਸੀ। ਜਦੋਂ ਸਰਕਾਰ ਉੱਥੇ ਇਸ ਦੇ ਬਾਰੇ ਗੱਲਬਾਤ ਕਰ ਰਹੀ ਸੀ ਕੁਝ ਲੋਕਾਂ ਨੇ ਜਿਹੜਾ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ ਇਸ ਦੇ ਬਾਬਤ। ਫਿਰ ਸਰਕਾਰ ਨੇ ਸੋਚਿਆ ਕਿ ਕਿਉਂ ਨਾ ਇਸ ਦੇ ਉੱਤੇ ਜਿਹੜਾ ਰੈਫਰੈਂਡਮ ਕਰਾ ਦਿੱਤਾ ਜਾਵੇ। ਅਤੇ ਇਸ ਤੋਂ ਬਾਅਦ ਸਵਿਟਜ਼ਰਲੈਂਡ ਦੇ ਵਿੱਚ ਜਿਹੜਾ ਰੈਫਰੈਂਡਮ ਹੁੰਦਾ ਹੈ ਤਾਂ ਉਹਦੇ ਵਿੱਚ ਜਿਹੜਾ ਰੈਫਰੈਂਡਮ ਦੇ ਵਿੱਚ 63% ਲੋਕ ਸਨ, ਇਹਨਾਂ ਨੇ ਯੈਸ ਕਹੀ ਹੈ। ਇਹਨਾਂ ਨੇ ਕਿਹਾ ਹੈ ਕਿ ਜਿੱਦਾਂ ਕਿ ਤੁਸੀਂ ਕਿਸੇ ਇੰਡੋਰ ਰੈਸਟੋਰੈਂਟ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਕੋਈ ਵੀ ਤੁਹਾਡਾ ਬਿਜ਼ਨਸ ਹੈ ਇੰਡੋਰ ਦੇ ਵਿੱਚ, ਉਹਦੇ ਵਿੱਚ ਪਾਰਟੀਸਪੇਟ ਕਰਨ ਦੇ ਵਾਸਤੇ ਜਿਹੜਾ ਗ੍ਰੀਨ ਪਾਸ ਹੈ ਜੀ ਹੋਣਾ ਚਾਹੀਦਾ ਹੈ। ਇਹਦੇ ਫੇਵਰ ਦੇ ਵਿੱਚ 63% ਲੋਕਾਂ ਨੇ ਯੈਸ ਕਹੀ ਹੈ ਅਤੇ ਹੁਣ ਉੱਥੇ ਵੀ ਜਿਹੜਾ ਗ੍ਰੀਨ ਪਾਸ ਹੈ ਲਾਗੂ ਹੋ ਜਾਵੇਗਾ। ਚੱਲਦੇ ਹਾਂ ਜੀ ਆਪਣੀ ਨੈਕਸਟ ਖਬਰ 'ਤੇ। ਨੈਕਸਟ ਖਬਰ ਜਿਹੜੀ ਆਪਣੀ ਬੱਚਿਆਂ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹਨਾਂ ਮਾਪਿਆਂ ਦੇ ਵਾਸਤੇ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੇ ਬੱਚੇ ਜਿਹੜੇ ਇਸ ਟਾਈਮ ਸਕੂਲਾਂ ਦੇ ਵਿੱਚ ਜਾ ਰਹੇ ਹਨ ਅਤੇ ਜਿਨ੍ਹਾਂ ਦੀ ਉਮਰ ਹੈ ਜੀ 11 ਸਾਲ ਤੋਂ ਘੱਟ। ਕਿਉਂਕਿ ਜ਼ਿਆਦਾਤਰ ਮਾਤਾ ਪਿਤਾ ਦੇ ਜਿਨ੍ਹਾਂ ਦੇ 2 ਬੱਚੇ ਸਨ ਜਾਂ 3 ਸਨ, ਅਗਰ 11 ਸਾਲ ਤੋਂ ਉੱਪਰ ਵਾਲੇ ਬੱਚੇ ਉਹਨਾਂ ਦੀ ਵੈਕਸੀਨ ਲੱਗੀ ਹੋਈ ਸੀ ਅਤੇ ਮਾਤਾ ਪਿਤਾ ਨੂੰ ਜ਼ਿਆਦਾ ਉਹਨਾਂ ਦਾ ਫਿਕਰ ਨਹੀਂ ਸੀ। ਪਰੰਤੂ ਜਿਹੜੇ ਛੋਟੇ ਬੱਚੇ ਹਨ 11 ਤੋਂ ਛੋਟੇ 11 ਸਾਲ ਤੋਂ, ਉਹ ਇਸ ਟਾਈਮ ਕਾਫੀ ਬੱਚੇ ਜਿਹੜੇ ਹਨ ਜੀ ਇਨਫੈਕਟਡ ਹੋ ਰਹੇ ਹਨ, ਬਿਮਾਰ ਹੋ ਰਹੇ ਹਨ ਅਤੇ ਉਹਦੇ ਨਾਲ ਜਿਹੜੇ ਮਾਤਾ ਪਿਤਾ ਹਨ ਉਹ ਵੀ ਬਿਮਾਰ ਘਰਾਂ ਦੇ ਵਿੱਚ ਹੋ ਰਹੇ ਹਨ। ਹੁਣ ਇਹਨਾਂ ਦੇ ਉੱਤੇ ਜਿਹੜੀ ਹੈ ਜੀ ਖਾਸ ਖਬਰ ਤੁਹਾਨੂੰ ਦੱਸ ਰਹੇ ਹਾਂ। ਆਈਫਾ ਦੇ ਵੱਲੋਂ ਜਿਹੜਾ ਹੈ ਜੀ ਯੈਸ ਕਹਿ ਦਿੱਤੀ ਗਈ ਹੈ। ਛੋਟੇ ਬੱਚਿਆਂ ਦੇ ਵਾਸਤੇ ਜਿਹੜਾ ਵੈਕਸੀਨ ਹੈ ਜੀ ਤਿਆਰ ਹੋ ਚੁੱਕਾ ਹੈ ਅਤੇ ਅਗਲੇ ਹਫ਼ਤੇ ਤੋਂ ਬੱਚਿਆਂ ਦੀ ਜਿਹੜੇ ਵੈਕਸੀਨ ਹੈ ਜੀ ਸ਼ੁਰੂ ਹੋ ਜਾਵੇਗੀ। ਅਤੇ ਉਹਨਾਂ ਨੇ ਜਿਹੜੇ ਹੈਲਥ ਮਿਨਿਸਟਰ ਜਿਹੜੇ ਰੋਬਰਟੋ ਸਪਰਾਂਸਾ ਸਨ, ਉਹਨਾਂ ਨੇ ਇਸ ਦੇ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਜਿਹੜੀ ਵੈਕਸੀਨ ਹੈ ਜੀ ਬੱਚਿਆਂ ਦਾ ਇੱਕ ਅਧਿਕਾਰ ਹੈ ਅਤੇ ਇਹਦੇ ਵਾਸਤੇ ਜਿਹੜੇ ਬੱਚਿਆਂ ਦੇ ਮਿਲਣੀ ਜ਼ਰੂਰੀ ਹੈ ਜਿਹੜੀ ਵੈਕਸੀਨ। ਅਤੇ ਜਿਹੜੇ ਬੱਚਿਆਂ ਦੇ ਡਾਕਟਰ ਹੁੰਦੇ ਹਨ ਤੁਸੀਂ ਉਹਨਾਂ ਦੇ ਨਾਲ ਕੰਸਲਟ ਕਰ ਸਕਦੇ ਹੋ ਇਸ ਵੈਕਸੀਨ ਨੂੰ ਲੈਣ ਦੇ ਵਾਸਤੇ। ਇਸ ਤੋਂ ਇਲਾਵਾ ਜਰਮਨ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਹੈ ਜੀ ਅੱਗੇ ਨਾਲੋਂ ਥੋੜ੍ਹੀ ਬੈਟਰ ਹੋਣੀ ਸ਼ੁਰੂ ਹੋ ਚੁੱਕੀ ਹੈ। ਜਿੱਦਾਂ ਕਿ ਪਹਿਲਾਂ 74,000 ਕੇਸ ਆਇਆ ਸੀ, ਫਿਰ 67,000 ਅਤੇ ਹੁਣ ਜਿਹੜੇ ਕੇਸ ਆਏ 44,401 ਕੇਸ ਆਇਆ ਹੈ। ਉਮੀਦ ਹੈ ਕਿ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਜੀ ਅੱਗੇ ਨਾਲੋਂ ਬੈਟਰ ਹੋਵੇਗੀ। ਹੁਣ ਗੱਲ ਕਰ ਲਈਏ ਤੀਸਰੇ ਵੈਕਸੀਨ ਪਾਸਪੋਰਟ ਦੀ, ਜਿਸ ਨੂੰ ਕਿ ਤੁਸੀਂ ਗ੍ਰੀਨ ਪਾਸ ਦੇ ਨਾਂ ਦੇ ਨਾਲ ਜਾਣਦੇ ਹੋ। ਇਹ ਜਿਹੜਾ ਤੀਸਰਾ ਪਾਸਪੋਰਟ ਹੈ ਜੀ ਜਿਸ ਨੂੰ ਆਪਾਂ ਗ੍ਰੀਨ ਪਾਸ ਕਹਿ ਰਹੇ ਹਾਂ, ਇਸ ਦਾ ਜਿਹੜਾ ਤੀਸਰਾ ਹੈ ਜੀ ਇਹਦੇ ਵਿੱਚ ਇਸ ਦਾ ਨਾਮ ਜਿਹੜਾ ਰੱਖਿਆ ਗਿਆ ਹੈ ਮੇਗਾ ਗ੍ਰੀਨ ਪਾਸ।
ਤੁਸੀਂ ਪਹਿਲਾਂ ਸੁਣਿਆ ਹੋਵੇਗਾ ਇੱਕ ਜਿਹੜਾ ਤੁਹਾਡੇ ਕੋਲ ਇਸ ਟਾਈਮ ਹੈ ਉਹ ਨਾਰਮਲ ਗ੍ਰੀਨ ਪਾਸ ਹੈ, ਤੇ ਇਸ ਤੋਂ ਬਾਅਦ ਇੱਕ ਸੁਪਰ ਗ੍ਰੀਨ ਪਾਸ ਜਿਹੜਾ ਕਿ 6 ਦਸੰਬਰ ਤੋਂ ਚਾਲੂ ਹੋ ਰਿਹਾ ਸੁਪਰ ਗ੍ਰੀਨ ਪਾਸ। ਤੇ ਉਸ ਤੋਂ ਅੱਗੇ ਕੋਵਿਡ ਦੇ ਵਾਸਤੇ 30 ਮਈ ਦਾ ਇੱਕ ਬਿਆਨ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ ਜਨਵਰੀ ਦੇ ਵਿੱਚ ਅਗਰ ਸੰਭਵ ਹੋਇਆ ਤਾਂ ਮੇਗਾ ਗ੍ਰੀਨ ਪਾਸ ਵੀ ਆ ਸਕਦਾ, ਮਤਲਬ ਤੀਸਰੀ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਇਹ ਗ੍ਰੀਨ ਪਾਸ ਹੋਏਗਾ। ਮੇਗਾ ਦਾ ਮਤਲਬ ਹੁੰਦਾ ਹੈ ਕਿ ਬਹੁਤ ਜ਼ਿਆਦਾ ਵੱਡਾ। ਬਾਕੀ ਫਿਲਹਾਲ ਇਸ ਮੇਗਾ ਗ੍ਰੀਨ ਪਾਸ ਦੇ ਵਿੱਚ ਕੀ ਸਹੂਲਤਾਂ ਮਿਲਣਗੀਆਂ ਜਾਂ ਕੀ ਇਸ ਦੇ ਵਿੱਚ ਮਿਲ ਸਕਦਾ, ਇਹਦੇ ਬਾਰੇ ਜਿਹੜੀ ਜ਼ਿਆਦਾ ਜਾਣਕਾਰੀ ਸਾਹਮਣੇ ਨਿਕਲ ਕੇ ਬਿਲਕੁਲ ਨਹੀਂ ਆਈ ਹੈ। ਪਰੰਤੂ ਇੱਕ ਚੀਜ਼ ਜ਼ਰੂਰ ਲੱਗ ਰਹੀ ਹੈ ਕਿ ਸਰਕਾਰ ਜਿਹੜੀ ਹੈ ਇਹ ਗ੍ਰੀਨ ਪਾਸ ਦੇ ਮਸਲੇ ਦੇ ਉੱਤੇ ਵੀ 2-3 ਤਰ੍ਹਾਂ ਦੇ ਜਿਹੜੇ ਗ੍ਰੀਨ ਪਾਸ ਹੈ ਉਹ ਬਣਾ ਕੇ ਰੱਖੇਗੀ। ਅਤੇ ਜਿਵੇਂ ਕਿ ਕਈਆਂ ਚੀਜ਼ਾਂ ਦੇ ਵਿੱਚ ਹੁੰਦਾ ਹੈ ਕਿ ਇੱਕ ਵਧੀਆ ਜਿੱਦਾਂ ਵਰਜ਼ਨ ਹੁੰਦਾ ਇੱਕ ਘਟੀਆ ਅਤੇ ਇੱਕ ਉਸ ਤੋਂ ਘਟੀਆ। ਹੋ ਸਕਦਾ ਹੈ ਕਿ ਜਿਹੜਾ ਮੇਗਾ ਗ੍ਰੀਨ ਪਾਸ ਵਾਲਾ ਬੰਦਾ ਹੋਵੇਗਾ ਇਸ ਨੂੰ ਜ਼ਿਆਦਾ ਸਹੂਲਤ ਮਿਲੇਗੀ, ਜਿਹੜਾ ਉਸ ਤੋਂ ਨੋਰਮਲ ਸੁਪਰ ਗ੍ਰੀਨ ਪਾਸ ਹੋਏਗਾ ਉਸ ਨੂੰ ਥੋੜ੍ਹੀ ਜਿਹੀ ਘੱਟ ਸਹੂਲਤ ਮਿਲੇਗੀ, ਅਤੇ ਜਿਹੜਾ ਨੋਰਮਲ ਵਾਜ਼ੇ ਹੋਏਗਾ ਗ੍ਰੀਨ ਪਾਸ ਉਸ ਨੂੰ ਜਿਹੜਾ ਹੈ ਜੀ ਬਹੁਤੀਆਂ ਥਾਵਾਂ ਦੇ ਉੱਤੇ ਐਂਟਰੀ ਸ਼ਾਇਦ ਨਾ ਮਿਲ ਸਕੇ। ਹੁਣ ਗੱਲ ਕਰ ਲਈ ਆਪਾਂ ਜਿਹੜੇ ਸਾਡੇ ਵੀਰ ਇਸ ਟਾਈਮ ਇੰਡੀਆ ਦੇ ਵਿੱਚ ਜਾਣਾ ਚਾਹ ਰਹੇ ਹਨ, ਕਿਉਂਕਿ ਦਸੰਬਰ ਦੀਆਂ ਛੁੱਟੀਆਂ ਹੋ ਰਹੀਆਂ। ਦਸੰਬਰ ਦੀਆਂ ਛੁੱਟੀਆਂ ਨਾਲ ਮਿਲਾ ਕੇ ਬਹੁਤ ਸਾਰੇ ਵੀਰਾਂ ਦੀ ਸਕੀਮ ਹੁੰਦੀ ਹੈ ਕਿ ਇੰਡੀਆ ਦੇ ਵਿੱਚ ਜਾਇਆ ਜਾਵੇ ਅਤੇ ਜਨਵਰੀ ਦੇ ਵਿੱਚ ਵਾਪਸੀ ਕੀਤੀ ਜਾਵੇ। ਅਤੇ ਇਹਦੇ ਵਿੱਚ ਇੱਕ ਚੀਜ਼ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਜੀ ਬਣਨੀ ਸ਼ੁਰੂ ਹੋ ਚੁੱਕੀ ਹੈ। ਬੇਸ਼ੱਕ WHO ਨੇ ਕਹਿ ਦਿੱਤਾ ਕਿ ਜਿਹੜੇ ਬਾਰਡਰ ਵਗੈਰਾ ਬੰਦ ਪਲੀਜ਼ ਨਾ ਕੀਤੇ ਜਾਣ, ਪਰੰਤੂ ਤੁਸੀਂ ਜਾਣਦੇ ਹੋ ਕਿ ਜਿਹੜੇ ਦੇਸ਼ ਹੁੰਦੇ ਹਨ ਇਹ ਆਪੋ ਆਪਣੀ ਮਰਜ਼ੀ ਕਰਦੇ ਹਨ, ਅਤੇ WHO ਦੇ ਕੋਈ ਜ਼ਿਆਦਾ ਜਿਹੜਾ ਇਸ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ ਅਗਰ ਉਹ ਇਸ ਦੇ ਬਾਰੇ ਕੋਈ ਬਿਆਨਬਾਜ਼ੀ ਕਰਦੇ ਵੀ ਹਨ। ਬਾਕੀ ਇਹਦੇ ਵਿੱਚ ਇੰਝ ਹੋ ਸਕਦਾ ਹੈ ਕਿ ਕੱਲ੍ਹ ਨੂੰ ਅਗਰ ਤੁਸੀਂ ਇੰਡੀਆ ਦੇ ਵਿੱਚ ਜਾਂਦੇ ਹੋ ਅਤੇ ਹੋ ਸਕਦਾ ਕਿ ਇਹੋ ਜਿਹੇ ਸਮੇਂ ਦੇ ਵਿੱਚ ਇੰਡੀਆ ਹੀ ਨਾ ਫਲਾਈਟਾਂ ਦੇ ਉੱਤੇ ਬੈਨ ਲਾ ਦੇਵੇ ਇਟਲੀ ਦੇ ਨਾਲ। ਅਗਰ ਇੰਡੀਆ ਬੈਨ ਲਾ ਦਿੰਦਾ ਹੈ ਜਾਂ ਇਟਲੀ ਇੰਡੀਆ ਦੇ ਨਾਲ ਬੈਨ ਲਾ ਦੇਵੇ, ਜਾਂ ਜਿਹੜਾ ਯੂਰਪ ਤੋਂ ਆਉਣ ਵਾਲੀਆਂ ਫਲਾਈਟਾਂ ਹਨ ਉਹਨਾਂ ਦੇ ਉੱਤੇ ਬੈਨ ਲੱਗ ਜਾਵੇ, ਮਤਲਬ ਕੀ ਹੈ ਕਿ ਸਿਚੁਏਸ਼ਨ ਜਿਹੜੀ ਹੈ ਜੀ ਕਿਸੇ ਪਾਸੇ ਵੀ ਮੁੜ ਸਕਦੀ ਹੈ। ਫਿਲਹਾਲ ਜਿਹੜਾ ਕਿਸੇ ਵੀ ਦੇਸ਼ ਦੇ ਵਿੱਚ ਕੋਈ ਜ਼ਿਆਦਾ ਕੇਸ ਓਮਿਕਰੋਨ ਦੇ ਨਹੀਂ ਹਨ, ਟਾਵੇਂ ਦੇਸ਼ਾਂ ਦੇ ਵਿੱਚ ਜਿਹੜਾ ਕੇਸ ਇਸ ਦਾ ਮਿਲ ਰਿਹਾ ਹੈ। ਬਾਕੀ ਇਸ ਦੇ ਉੱਤੇ ਜਿਹੜੀ ਵੱਡੀ ਗੱਲ ਇਹ ਹੈ ਕਿ ਜਿੱਦਾਂ ਕਿ ਵੈਕਸੀਨ ਆਉਣ ਦੇ ਵਿੱਚ ਵੀ ਜਿਹੜਾ ਹੈ ਪੂਰੀ ਤਰ੍ਹਾਂ ਦੇ ਨਾਲ ਨਵਾਂ ਟੀਕਾ ਜਿਹੜਾ ਕਿ ਫਾਈਜ਼ਰ ਵਾਲੇ ਨੇ ਕਿਹਾ ਹੈ, ਉਸਨੇ ਉਹਨਾਂ ਨੂੰ ਕਿਹਾ ਹੈ ਕਿ ਘੱਟੋ ਘੱਟ ਜਿਹੜਾ 25 ਨਵੰਬਰ ਤੋਂ ਉਹਨਾਂ ਨੇ ਇਸ ਦੇ ਉੱਤੇ ਐਨਾਲਾਈਜ਼ ਸ਼ੁਰੂ ਕਰ ਦਿੱਤਾ ਹੈ, ਅਤੇ ਘੱਟ ਤੋਂ ਘੱਟ ਨਵਾਂ ਇੰਜੈਕਸ਼ਨ ਬਣਨ ਦੇ ਵਾਸਤੇ ਜਿਹੜਾ ਕਿ ਹਰ ਤਰ੍ਹਾਂ ਦੇ ਵੇਰੀਐਂਟ ਦੇ ਉੱਤੇ ਕਾਰਗਰ ਹੋਏਗਾ। ਘੱਟੋ ਘੱਟ ਸਮਾਂ ਜਿਹੜਾ ਇਸ ਦੇ ਵਿੱਚ 100 ਦਿਨ ਦਾ ਸਮਾਂ ਉਹਨਾਂ ਨੇ ਮੰਗਿਆ ਹੈ। ਸੋ ਇਸ ਤਰ੍ਹਾਂ ਇਹ ਜਿਹੜੇ 2-3 ਮਹੀਨੇ ਆਉਣ ਵਾਲੇ ਸਮੇਂ ਤੱਕ ਆਪਾਂ ਕਹਿ ਸਕਦੇ ਹਾਂ ਕਿ ਦਸੰਬਰ, ਜਨਵਰੀ ਅਤੇ ਫਰਵਰੀ, ਇਹ 2-3 ਮਹੀਨੇ ਜਿਹੜੇ ਹਨ ਥੋੜ੍ਹੇ ਜਿਹੇ ਭਾਰੇ ਹਨ। ਇਹਦੇ ਵਿੱਚ ਅਗਰ ਤੁਸੀਂ ਆਪਣੇ ਇਟਲੀ ਤੋਂ ਬਾਹਰ ਜਾ ਰਹੇ ਹੋ ਤਾਂ ਥੋੜ੍ਹਾ ਸੋਚ ਸਮਝ ਕੇ ਤੁਹਾਨੂੰ ਸਟੈਪ ਚੱਕਣਾ ਚਾਹੀਦਾ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਕੁਝ ਵੀ ਹੋ ਸਕਦਾ ਹੈ। ਜਿਵੇਂ ਕਿ ਪਿਛਲੀ ਵਾਰ ਫਲਾਈਟਾਂ ਦੇ ਉੱਤੇ ਤੁਹਾਨੂੰ ਪਤਾ ਹੈ ਕਿ ਬੈਨ ਲੱਗਾ ਸੀ, ਅਤੇ ਲੋਕ ਕਿੰਨੀ ਮੁਸ਼ਕਿਲ ਦੇ ਨਾਲ ਕਿੰਨੇ ਜ਼ਿਆਦਾ ਪੈਸੇ ਖਰਚ ਕੇ ਇੱਥੇ ਆਉਣ ਵਾਸਤੇ ਕੋਈ ਨਾ ਕੋਈ ਰਸਤੇ ਲੱਭ ਰਹੇ ਸਨ, ਅਤੇ ਬੜੀ ਮੁਸ਼ਕਿਲ ਲੋਕਾਂ ਨੂੰ ਹੋਈ ਸੀ। ਚੱਲਦੇ ਹਾਂ ਜੀ ਆਪਣੀ ਨੈਕਸਟ ਖਬਰ ਦੇ ਉੱਤੇ। ਨੈਕਸਟ ਜਿਹੜੀ ਆਪਣੀ ਖਬਰ ਨਹੀਂ, ਆਪਾਂ ਇਸ ਨੂੰ ਇੱਕ ਤਰ੍ਹਾਂ ਦਾ ਸਵਾਲ ਕਹਿ ਸਕਦੇ ਹਾਂ, ਕਿਉਂਕਿ ਹਰ ਵੀਡੀਓ ਵਿੱਚ ਅਸੀਂ ਜਿਹੜਾ ਇੱਕ ਅੱਧੇ ਸਵਾਲ ਦਾ ਜਵਾਬ ਵੀ ਤੁਹਾਨੂੰ ਜ਼ਰੂਰ ਦੇਈਦਾ ਹੈ। ਇਹਦੇ ਵਿੱਚ ਸਵਾਲ ਇਹ ਪੁੱਛਿਆ ਗਿਆ ਸੀ ਵੀਰ ਦੇ ਵੱਲੋਂ ਕਿ ਇਟਲੀ ਦੇ ਵਿੱਚ ਉਹ ਆਪਣਾ ਘਰ ਲੈਣਾ ਚਾਹੁੰਦੇ ਹਨ, ਅਤੇ ਇਸ ਦੇ ਵਾਸਤੇ ਜਿਹੜਾ ਹੈ ਜੀ ਕੁਝ ਸਲਾਹ ਦਿੱਤੀ ਜਾਵੇ ਕਿ ਘਰ ਲੈਣ ਦੇ ਸਮੇਂ ਕਿਹੜੀ ਚੀਜ਼ ਦੇਖਣੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਤਾਂ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਜੇ ਤੁਸੀਂ ਜ਼ਿਆਦਾਤਰ ਆਪਣੇ ਜਿਹੜੇ ਪੰਜਾਬੀ ਲੋਕ ਹਨ ਇਟਲੀ ਦੇ ਵਿੱਚ ਅਗਰ ਉਹ ਰਹਿ ਰਹੇ ਹਨ, ਇਟਲੀ ਕੀ ਅਗਰ ਯੂਰਪ ਦਾ ਕੋਈ ਹੋਰ ਦੇਸ਼ ਵੀ ਹੋਵੇ, ਜ਼ਿਆਦਾਤਰ ਲੋਕ ਜਿਹੜੇ ਹੁੰਦੇ ਹਨ ਉਹ ਪੁਰਾਣੇ ਸੈਕਿੰਡ ਹੈਂਡ ਘਰ ਜਿਹੜੇ ਹਨ ਉਹੀ ਖਰੀਦਦੇ ਹਨ, ਅਤੇ ਨਵੀਂ ਕੰਸਟਰਕਸ਼ਨ ਜਿਹੜੀ ਹੁੰਦੀ ਹੈ ਜੀ ਉਸ ਨੂੰ ਕੋਈ ਵਿਰਲਾ ਹੀ ਹੱਥ ਪਾਉਂਦਾ ਹੈ, ਕੋਈ ਟਾਵਾਂ। ਕਿਉਂਕਿ ਜਿਹੜੇ ਪੁਰਾਣੇ ਘਰ ਹੁੰਦੇ ਨੇ ਕਈ ਵਾਰ 1000 ਯੂਰੋ ਨੂੰ 1 ਸਕੁਅਰ ਮੀਟਰ ਤੱਕ ਦਾ ਜਿਹੜਾ ਰੇਟ ਵੀ ਮਿਲ ਜਾਂਦਾ ਹੈ। ਜਿੱਦਾਂ ਕਿ 70-75 ਸਕੁਅਰ ਮੀਟਰ ਦਾ ਘਰ ਹੋਵੇ ਤਾਂ 70-75 ਹਜ਼ਾਰ ਯੂਰੋ ਦੇ ਵਿੱਚ ਉਹ ਕਈ ਵਾਰ ਮਿਲ ਜਾਂਦਾ ਹੈ। ਅਤੇ ਕਈਆਂ ਇਲਾਕਿਆਂ ਦੇ ਵਿੱਚ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੋ ਜਿਹੇ ਇਲਾਕੇ ਦੇ ਵਿੱਚ ਰਹਿ ਰਹੇ ਹੋ, ਇਸ ਤੋਂ ਵੀ ਘੱਟ ਰੇਟ ਦੇ ਉੱਤੇ ਘਰ ਮਿਲਦਾ ਹੈ। ਅਗਰ ਤੁਸੀਂ ਲੰਬਾਰਦੀਆਂ ਦੇ ਵਿੱਚ ਮਿਲਾਨ ਡਿਸਟ੍ਰਿਕਟ ਦੇ ਵਿੱਚ ਰਹਿ ਰਹੇ ਹੋ ਅਤੇ ਫਿਰ ਜਿਹੜੇ ਰੇਟ ਵਗੈਰਾ ਕਈ ਵਾਰ ਤੁਹਾਨੂੰ ਜ਼ਿਆਦਾ ਵੀ ਪੇ ਕਰਨੇ ਪੈਂਦੇ ਹਨ। ਪਰੰਤੂ ਸਾਡੀ ਨਜ਼ਰ ਦੇ ਵਿੱਚ ਅਗਰ ਤੁਸੀਂ ਸੈਕਿੰਡ ਹੈਂਡ ਘਰ ਖਰੀਦ ਰਹੇ ਹੋ ਅਤੇ ਇਹਦੇ ਵਿੱਚ ਜ਼ਿਆਦਾ ਤਾਂ ਕੋਈ ਦੇਖਣ ਦੀ ਕੁਝ ਵੀ ਜ਼ਰੂਰਤ ਨਹੀਂ ਹੈ। ਇੱਕ ਅੱਧੀ ਚੀਜ਼ ਦਾ ਜ਼ਰੂਰ ਤੁਸੀਂ ਜ਼ਿਆਦਾ ਖਿਆਲ ਰੱਖਣਾ ਹੈ ਕਿ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਤੁਸੀਂ ਕੋਈ ਘਰ ਖਰੀਦਦੇ ਹੋ ਤਾਂ ਪਹਿਲਾਂ ਤੁਸੀਂ ਉਸ ਦੇ ਵਾਸਤੇ ਬੈਂਕ ਦੇ ਕੋਲੋਂ ਲੋਨ ਵੀ ਲੈਂਦੇ ਹੋ, ਅਤੇ ਲੋਨ ਜਿਹੜਾ ਘਰਾਂ ਦੇ ਵਾਸਤੇ ਤਕਰੀਬਨ 30 ਕੁ ਸਾਲ ਤੱਕ ਦੀਆਂ ਜਿਹੜੀਆਂ ਲੋਕ ਕਿਸ਼ਤਾਂ ਨੋਰਮਲ ਕਰਾਉਂਦੇ ਹਨ। 20 ਸਾਲ ਤੱਕ ਦੀਆਂ ਕਿਸ਼ਤਾਂ ਕੋਈ ਵਿਰਲਾ ਹੀ ਕਰਾਉਂਦਾ ਹੈ, ਜ਼ਿਆਦਾਤਰ ਲੋਕ 30 ਸਾਲ ਤੱਕ ਪੇਮੈਂਟ ਕਰਦੇ ਹਨ। ਤੁਸੀਂ ਇੱਕ ਚੀਜ਼ ਦਾ ਇਹ ਖਿਆਲ ਰੱਖਣਾ ਘਰ ਲੈਣ ਦੇ ਸਮੇਂ ਕਿ ਘਰ ਜਿਹੜਾ ਹੈ ਜੀ ਉਸਦੀ ਜਿਹੜੀ ਕੰਸਟਰਕਸ਼ਨ ਹੈ ਜ਼ਿਆਦਾ ਪੁਰਾਣੀ ਨਾ ਹੋਵੇ। ਸਪੋਜ਼ ਕਰੋ ਕਿ ਜੇ ਤੁਸੀਂ ਅੱਜ ਜਿਹੜਾ 50 ਸਾਲ ਪੁਰਾਣਾ ਜਿਹੜਾ ਘਰ ਲੈਂਦੇ ਹੋ, ਅਗਰ ਅੱਜ ਉਸ ਨੂੰ 50 ਸਾਲ ਬਣੇ ਨੂੰ ਮਕਾਨ ਨੂੰ ਹੋ ਚੁੱਕੇ ਹਨ, ਤਾਂ 50 ਸਾਲ ਤੋਂ ਬਾਅਦ ਤੁਸੀਂ 30 ਸਾਲ ਉਸ ਦੇ ਵਾਸਤੇ ਹੋਰ ਪੈਸੇ ਦਿਓਗੇ। ਜਦ ਤੱਕ ਤੁਹਾਡਾ ਜਿਹੜਾ ਘਰ ਹੈ ਫ੍ਰੀ ਹੁੰਦਾ ਹੈ ਤਦ ਤੱਕ ਘਰ ਜਿਹੜਾ ਹੈ ਜੀ 80 ਸਾਲ ਪੁਰਾਣਾ ਹੋ ਜਾਂਦਾ ਹੈ, ਅਤੇ ਫਿਰ ਤੁਸੀਂ ਆਪਣੇ ਆਪ ਹੀ ਜਾਣਦੇ ਹੋ ਕਿ 80 ਸਾਲ ਪੁਰਾਣਾ ਜਿਹੜਾ ਘਰ ਹੈ ਜੀ ਉਸ ਟਾਈਮ ਕਿੰਨੇ ਦੇ ਵਿੱਚ ਵਿਕੇਗਾ। ਉਹਦੇ ਉੱਤੇ ਜਿਹੜਾ ਪੈਸਾ ਤੁਹਾਨੂੰ ਕਾਫੀ ਪੱਲਿਓਂ ਵੀ ਖਰਚਣਾ ਪਏਗਾ, ਅਤੇ ਜਿਹੜਾ ਮਕਾਨ ਦੀਆਂ ਕਿਸ਼ਤਾਂ ਵਗੈਰਾ ਦੇ ਵਿੱਚ ਵੀ ਤਕਰੀਬਨ 1.5 ਪੈਸਾ ਜਿਹੜਾ ਤੁਹਾਡਾ ਪਹਿਲਾਂ ਹੀ ਚਲਾ ਜਾਂਦਾ ਹੈ।
ਸੋ ਜੇ ਘਰ ਖਰੀਦਣਾ ਹੈ ਤਾਂ ਕੋਸ਼ਿਸ਼ ਕਰਿਓ ਕਿ ਘਰ ਜਿਹੜਾ ਹੈ ਜੀ ਥੋੜ੍ਹੀ ਕੰਸਟਰਕਸ਼ਨ ਨਵੀਂ ਹੋਵੇ। ਬਾਕੀ ਜਿਵੇਂ ਕਿ ਬਲੈਕ ਫਰਾਈਡੇ ਜਿਹੜਾ ਹੈ ਜੀ ਨਿਕਲ ਚੁੱਕਾ ਹੈ, ਅਤੇ ਬਹੁਤ ਸਾਰੇ ਲੋਕਾਂ ਨੇ ਮੱਥੇ ਦੇ ਉੱਤੇ ਹੱਥ ਵੀ ਮਾਰਿਆ ਹੈ ਕਿ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਜਿਹੜੀ ਜ਼ਿਆਦਾ ਜਾਣਕਾਰੀ ਪਤਾ ਹੈ ਨਹੀਂ ਲੱਗੀ ਕਿ 26 ਨਵੰਬਰ ਨਿਕਲ ਚੁੱਕਾ ਹੈ, ਕਿਉਂਕਿ ਉਹ ਵੀ ਕੁਝ ਨਾ ਕੁਝ ਜਿਹੜਾ ਖਰੀਦਣਾ ਚਾਹੁੰਦੇ ਸਨ। ਬਲੈਕ ਫਰਾਈਡੇ ਵਿੱਚ ਹੁੰਦਾ ਕੀ ਹੈ ਕਿ ਜਿਹੜੀਆਂ ਚੀਜ਼ਾਂ ਕਈ ਵਾਰ ਬਹੁਤ ਸਸਤੇ ਰੇਟ ਦੇ ਉੱਤੇ ਬੰਦੇ ਨੂੰ ਮਿਲਦੀਆਂ ਹਨ, ਪਰੰਤੂ ਹੁਣ ਜਿਹੜਾ ਤੁਹਾਨੂੰ ਇਹਦੇ ਵਾਸਤੇ ਦੱਸ ਦਈਏ ਕਿ ਫਿਕਰ ਕਰਨ ਦੀ ਕੋਈ ਵੀ ਲੋੜ ਨਹੀਂ ਹੈ। ਤੁਸੀਂ ਨਾਮ ਸੁਣਿਆ ਹੋਵੇਗਾ ਮੀਡੀਆ ਵਰਲਡ ਦਾ, ਇਹਦੇ ਵਿੱਚ ਜਿੱਦਾਂ ਇਹਨਾਂ ਨੇ ਦੱਸਿਆ ਹੈ ਕਿ 29 ਨਵੰਬਰ ਤੱਕ ਜਿਹੜੇ 3 ਦਿਨ ਅਜੇ ਤੁਹਾਨੂੰ ਹੋਰ ਇਸੇ ਵਾਸਤੇ ਮਿਲ ਸਕਦੇ ਹਨ। ਮਤਲਬ ਕੀ ਹੈ ਕਿ ਇਹਦੇ ਵਿੱਚ ਇੱਕ ਚੀਜ਼ ਹੈ ਕਿ ਜਿਹੜਾ ਸਟਾਕ ਇਹ ਵੇਚਣਾ ਚਾਹੁੰਦੇ ਸਨ, ਹੋ ਸਕਦਾ ਕਿ ਸਟਾਕ ਅਜੇ ਤੱਕ ਪੂਰਾ ਨਾ ਵਿਕਿਆ ਹੋਵੇ, ਜਿਹੜਾ ਇਹਨਾਂ ਨੇ ਬਲੈਕ ਫਰਾਈਡੇ ਵਾਸਤੇ ਜਿਹੜਾ ਰਿਕਮੈਂਡ ਕੀਤਾ ਹੋਇਆ ਸੀ। ਅਤੇ ਇਸ ਦੇ ਵਾਸਤੇ ਇਹਨਾਂ ਨੇ ਕੀ ਕੀਤਾ ਕਿ 3 ਦਿਨ ਜਿਹੜੇ ਹੋਰ ਵਧਾ ਦਿੱਤੇ ਹਨ। ਬਾਕੀ ਹੁਣ ਤੁਹਾਨੂੰ ਵੀਡੀਓ ਦੇ ਅੰਤ ਦੇ ਵਿੱਚ ਇੱਕ ਵਧੀਆ ਖਬਰ ਦੱਸ ਰਹੇ ਹਾਂ, ਜਿਹੜੀ ਕਿ ਸਾਊਥ ਅਫਰੀਕਾ ਤੋਂ ਆਈ ਹੈ। ਸਾਊਥ ਅਫਰੀਕਨ ਡਾਕਟਰ ਜਿਸ ਨੇ ਕਿ ਸਭ ਤੋਂ ਪਹਿਲਾਂ ਜਿਹੜਾ ਓਮਿਕਰੋਨ ਦਾ ਵੇਰੀਐਂਟ ਸੀ ਉਸ ਦੇ ਬਾਰੇ ਜਿਹੜਾ ਦੁਨੀਆ ਨੂੰ ਅਗਾਹ ਕੀਤਾ ਸੀ, ਹੁਣ ਇਸ ਨੇ ਦੱਸਿਆ ਕਿ ਜਿਸ ਪੇਸ਼ੈਂਟ ਦਾ ਇਲਾਜ ਇਹ ਡਾਕਟਰ ਕਰ ਰਿਹਾ ਹੈ ਉਸ ਦੇ ਵਿੱਚ ਉਸ ਨੇ ਦੱਸਿਆ ਹੈ ਕਿ ਕੋਈ ਜ਼ਿਆਦਾ ਜਿਹੜੇ ਸੀਰੀਅਸ ਸਿੰਪਟਮ ਨਹੀਂ ਹਨ। ਇਸ ਖਬਰ ਨੂੰ ਤੁਸੀਂ ਧਿਆਨ ਦੇ ਨਾਲ ਸੁਣਿਓ। ਉਸਨੇ ਕਿਹਾ ਹੈ ਕਿ ਜਿਹੜਾ ਇਹ ਮੇਰਾ ਪੇਸ਼ੈਂਟ ਹੈ, ਇਸ ਦੇ ਵਿੱਚ ਕੁਝ ਇਹੋ ਜਿਹੇ ਸਿੰਪਟਮ ਹਨ ਜਿਹੜੇ ਕਿ ਦੂਜੇ ਕੋਵਿਡ ਪੇਸ਼ੈਂਟ ਤੋਂ ਵੱਖਰੇ ਹਨ, ਪਰੰਤੂ ਕੋਈ ਜ਼ਿਆਦਾ ਗੰਭੀਰ ਨਹੀਂ। ਇਹਨੂੰ ਦੱਸਿਆ ਹੈ ਕਿ ਇਹਦੇ ਵਿੱਚ ਜਿਹੜੀ ਥਕਾਵਟ ਹੈ ਜੀ ਬੰਦੇ ਨੂੰ ਡਾਕਟਰ ਨੇ ਦੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ, ਅਤੇ ਇੱਕ 6 ਸਾਲ ਦਾ ਬੱਚਾ ਜਿਹਦੀ ਕਿ ਜਿਹੜੀ ਹਾਰਟ ਰੇਟ ਹੈ ਜੀ ਬਹੁਤ ਜ਼ਿਆਦਾ ਹਾਈ ਹੋ ਚੁੱਕੀ ਹੈ, ਪਰੰਤੂ ਹੋਰ ਜਿਹੜੀ ਉਸਨੂੰ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ, ਜਿੱਦਾਂ ਕਿ ਕੋਈ ਟੇਸਟ ਦੀ ਜਾਂ ਕੋਈ ਸਮੈਲ ਜਿਹੜੀ ਹੈ ਜੀ ਲੋਸ ਉਸ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ, ਮਤਲਬ ਸਵਾਦ ਜਾਂ ਸਮੈਲ ਜਿਹੜੀ ਉਸਨੂੰ ਪੂਰੀ ਤਰ੍ਹਾਂ ਦੇ ਨਾਲ ਆ ਰਹੀ ਹੈ। ਹੁਣ ਚੱਲਦੇ ਹਾਂ ਜੀ ਆਪਣੀ ਨੈਕਸਟ ਖਬਰ ਤੋਂ। ਨੈਕਸਟ ਖਬਰ ਜਿਹੜੀ ਆਪਣੀ ਪਦੂਆ ਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚ ਇੱਕ ਪ੍ਰੋਟੈਸਟ ਵਗੈਰਾ ਕੀਤਾ ਗਿਆ ਸੀ, ਗ੍ਰੀਨ ਪਾਸ ਨੋ ਗ੍ਰੀਨ ਪਾਸ ਵਾਲਾ ਜਿਹੜਾ ਗਰੁੱਪ ਸੀ, ਜਦੋਂ ਸੜਕਾਂ ਦੇ ਉੱਤੇ ਲੋਕ ਆਉਂਦੇ ਹਨ ਅਤੇ ਇੱਕ ਪਾਸੇ ਜਿਹੜੀ ਪੁਲਿਸ ਹੈ ਜੀ ਉਹ ਵੀ ਇਹਨਾਂ ਨੂੰ ਕੰਟਰੋਲ ਕਰਨ ਦੇ ਵਾਸਤੇ ਆਉਂਦੀ ਹੈ। ਤਾਂ ਕੀ ਹੁੰਦਾ ਕਿ ਉਸ ਟਾਈਮ ਜਿਹੜੇ ਕੁਝ ਲੋਕ ਸਨ 6ਵੀਂ ਮੰਜ਼ਿਲ ਦੇ ਉੱਤੇ ਇੱਕ ਬਿਲਡਿੰਗ ਦੇ ਵਿੱਚ, ਉਹਨਾਂ ਨੇ ਇਹਨਾਂ ਲੋਕਾਂ ਦੇ ਉੱਤੇ ਕੁਝ ਆਂਡੇ ਵਗੈਰਾ ਸਿੱਟੇ, ਕਿਉਂਕਿ ਜਿਹਨਾਂ ਲੋਕਾਂ ਨੇ ਆਂਡੇ ਵਗੈਰਾ ਸਿੱਟੇ ਸਨ ਇਹ ਲੋਕ ਜਿਹੜੇ ਵੈਕਸੀਨ ਲੈ ਚੁੱਕੇ ਸਨ ਅਤੇ ਇਸ ਤਰ੍ਹਾਂ ਦੇ ਪ੍ਰੋਟੈਸਟ ਤੋਂ ਦੁਖੀ ਹੋ ਚੁੱਕੇ ਸਨ। ਇਹਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਈਏ ਕਿ ਤਕਰੀਬਨ 1500 ਦੇ ਕਰੀਬ ਜਿਹੜਾ ਨੋਵੈਕਸ ਗਰੁੱਪ ਦੇ ਲੋਕ ਸਨ, ਤਕਰੀਬਨ ਇਸ ਦੇ ਵਿੱਚ ਹਿੱਸਾ ਇਹਨਾਂ ਨੇ ਲਿਆ ਸੀ। ਬਾਕੀ ਇਹਦੇ ਨਾਲ ਹੀ ਆਪਾਂ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ। ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ। ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।